ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਉ ਆਂਡਨ ਨੀਤ। ਖੋਲ ਕਪਟ ਗੁਰ ਮੇਲਿਆ, ਨਾਨਕ ਹਰ ਸੰਗ ਮੀਤ। ਨਰ ਮਾਂਦੇ ਠਾਡੇ ਦਰਬਾਰ, ਤੁਧ ਬਿਨ ਸੁਰਤ ਕਰੈ ਕੋ ਮੇਰੀ। ਦਰਸ਼ਨ ਦੀਜੈ ਖੋਲ ਕਿਵਾਰ, ਤੁਮ ਧਨ ਧਨੀ ਉਧਾਰ ਤੇ ਆਗੀ। ਸਰਵਨਨ ਸੁਣੀਅਤ ਸੁਜਸ ਤੁਮਹਾਰ, ਮੰਗੋ ਕਾਹੇ ਰੰਕ ਸਭ ਦੇਖਾਂ। ਤੁਝ ਹੀ ਤੇ ਮੇਰੋ ਨਿਸਤਾਰ, ਜੈ ਦਿਓ ਨਾਮਾ ਬਿਪ ਸੁਦਾਮਾ। ਇਨਕੋ ਕਿਰਪਾ ਭਈ ਹੈ ਅਪਾਰ, ਕਹੈ ਕਬੀਰ ਤੁਮ ਸਮਰਥ ਦਾਤੇ। ਚਾਰ ਪਦਾਰਥ ਦੇਤ ਨ ਬਾਰ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹਲਾ ਪਹਿਲਾ। ਆਪੇ ਗੁਣ ਆਪੇ ਕਥੈ, ਆਪੇ ਸੁਣ ਵਿਚਾਰ। ਆਪੇ ਰਤਨ ਪਰਖ ਤੂੰ, ਆਪੇ ਮੋਲ ਅਪਾਰ। ਸਾਚੋ ਮਾਨ ਮਹਤ ਤੂੰ, ਆਪੇ ਦੇਵਨਹਾਰ। ਹਰ ਜੀਉ ਤੂੰ ਕਰਤਾ ਕਰਤਾਰ, ਜਿਉ ਭਾਵੈ ਤਿਉ ਰਾਖ ਤੂੰ। ਹਰ ਨਾਮ ਮਿਲੈ ਆਚਾਰ। ਆਪੇ ਰਤਨ ਪਰਖ ਤੂੰ, ਆਪੇ ਮੋਲ ਆਪੇ ਮੋਲ ਅਪਾਰ। ਸਾਚੋ ਮਾਨ ਮਹਤ ਤੂੰ, ਆਪੇ ਦੇਵਨਹਾਰ। ਹਰ ਜੀਉ ਤੂੰ ਕਰਤਾ ਕਰਤਾਰ, ਜਿਉ ਭਾਵੈ ਤਿਉ ਰੱਖ ਤੂੰ। ਨਾਮ ਵਿਨੈ ਆਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਹਰਾ ਕਰੀਏ ਬੁਲੰਦ। ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹਲਾ ਪਹਿਲਾ। ਆਪੇ ਗੁਣ ਆਪੇ ਕਥੈ, ਆਪੇ ਸੁਣ ਵਿਚਾਰ। ਆਪੇ ਰਤਨ ਪਰਖ ਤੂੰ, ਆਪੇ ਮੋਲ ਅਪਾਰ। ਆਪੇ ਗੁਣ ਆਪੇ ਕਥੈ, ਆਪੇ ਸੁਣ ਵਿਚਾਰ। ਆਪੇ ਰਤਨ ਪਰਖ ਤੂੰ, ਆਪੇ ਮੋਲ ਅਪਾਰ। ਸਾਚੋ ਮਾਨ ਮਹਤ ਤੂੰ, ਆਪੇ ਦੇਵਨਹਾਰ। ਹਰ ਜੀਉ ਤੂੰ ਕਰਤਾ ਕਰਤਾਰ। ਜਿਉ ਭਾਵੈ ਤਿਉ ਰਾਖ ਤੂੰ, ਹਰ ਨਾਮ ਮਿਲੈ ਆਚਾਰ। ਹਰ ਜੀਉ ਤੂੰ ਕਰਤਾ ਕਰਤਾਰ। ਜਿਉ ਪਾਵੈ ਤਿਉ ਰਾਖ ਤੂੰ, ਹਰ ਨਾਮ ਮਿਲੈ ਆਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਸ਼ਬਦ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਜਗਤ ਗੁਰੂ ਪੀਰ ਬਾਬਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਇਹਨਾਂ ਸ਼ਬਦਾਂ ਦੇ ਵਿੱਚ ਸਤਿਗੁਰੂ ਬ੍ਰਹਮ ਗਿਆਨੀ ਦਾ, ਗੁਰਮੁਖ ਦਾ ਨਿਸ਼ਚਾ ਪ੍ਰਗਟ ਕਰਦੇ ਹਨ ਕਿ ਬ੍ਰਹਮ ਗਿਆਨੀ ਜਿਸ ਨੂੰ ਬ੍ਰਹਮ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ, ਉਸ ਨੂੰ ਦੁਨੀਆ ਕਿਸ ਤਰ੍ਹਾਂ ਦੀ ਦਿਸਦੀ ਹੈ। ਜਿਵੇਂ ਦੋ ਬਚਨ ਹਨ ਸੰਸਾਰ ਵਿੱਚ। ਇੱਕ ਕਬੀਰ ਸਾਹਿਬ ਦਾ ਬਚਨ ਹੈ, ਜਗ ਕਾਜਲ ਕੀ ਕੋਠੜੀ, ਅੰਧ ਪਰੇ ਤਿਸ ਮਾਹੇ। ਜਗ ਕੋਲਿਆਂ ਦਾ ਕੋਠਾ ਹੈ, ਕਾਲਸ ਦਾ ਕੋਠਾ ਹੈ। ਦੁਨੀਆ ਅੰਧੀ ਹੋ ਕੇ ਵਿੱਚ ਵੜਦੀ ਆ ਅਤੇ ਕਾਲੀ ਹੋ ਕੇ ਜਾਂਦੀ ਆ। ਇਹ ਵੀ ਗੱਲ ਸਹੀ ਆ। ਜਿਹੜਾ ਅਗਿਆਨਤਾ ਨਾਲ ਚੱਲਦਾ ਹੈ ਉਹ ਇੱਥੋਂ ਔਗਣਾਂ ਦੀ ਮੈਲ ਲੈ ਕੇ ਜਾਂਦਾ ਹੈ, ਔਗਣਾਂ ਦੀ ਕਾਲਸ ਲੈ ਕੇ ਜਾਂਦਾ। ਤੇ ਜਿਹੜਾ ਗੁਣਾਂ ਨੂੰ ਗ੍ਰਹਿਣ ਕਰਦਾ ਉਹਦੇ ਪਰਥਾਏ ਤੀਜੇ ਪਾਤਸ਼ਾਹ ਲਿਖਦੇ ਹਨ, ਇਹ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਸੇ ਤਰ੍ਹਾਂ ਅੱਜ ਦਾ ਜੋ ਆਪਾਂ ਨੇ ਸ਼ਬਦ ਸਰਵਣ ਕੀਤਾ, ਇਸ ਦੇ ਵਿੱਚ ਇੱਕ ਬ੍ਰਹਮ ਗਿਆਨੀ ਦੀ ਦਸ਼ਾ, ਜਿਸ ਨੂੰ ਗਿਆਨ ਹੋ ਗਿਆ ਹੈ, ਸੋਝੀ ਆ ਗਈ ਆ। ਜਿਸ ਤਰ੍ਹਾਂ ਭਾਈ ਕਨ੍ਹਈਆ ਜੀ ਦੀ ਗੱਲ ਕਰੀਏ, ਇੱਕ ਪਾਸੇ ਭਾਈ ਕਨ੍ਹਈਆ ਜੀ ਜੰਗ ਦੇ ਮੈਦਾਨ 'ਚ ਜਲ ਛਕਾਉਂਦੇ ਹੋਏ ਦੁਸ਼ਮਣਾਂ ਨੂੰ ਵੀ ਪਿਆ ਦਿੰਦੇ ਆ। ਉਹਨਾਂ ਨੂੰ ਦੁਸ਼ਮਣਾਂ ਵਿੱਚ ਵੀ ਪਰਮੇਸ਼ਰ ਦਿਖਾਈ ਦਿੰਦਾ ਹੈ। ਤੇ ਇੱਕ ਉਹ ਲੋਕ ਜਿਹੜੇ ਸ਼ਿਕਾਇਤ ਲਾਉਂਦੇ ਹੈ, ਉਹਨਾਂ ਨੂੰ ਦੁਸ਼ਮਣਾਂ ਵਿੱਚ ਦੁਸ਼ਮਣ ਹੀ ਦਿਖਾਈ ਦਿੰਦਾ। ਜਦੋਂ ਕਿਸੇ ਦੀ ਗਿਆਨ ਦੇ ਨਾਲ, ਬ੍ਰਹਮ ਗਿਆਨ ਦੇ ਨਾਲ, ਆਤਮ ਗਿਆਨ ਦੇ ਨਾਲ ਦ੍ਰਿਸ਼ਟੀ ਖੁੱਲ੍ਹਦੀ ਹੈ ਤੇ ਫਿਰ ਉਹ ਕੀ ਕਹਿੰਦਾ, ਆਓ ਸ਼ਬਦ ਸਰਵਣ ਕਰੀਏ। ਸ੍ਰੀ ਰਾਗ ਮਹੱਲਾ ਪਹਿਲਾ। ਆਪੇ ਗੁਣ ਆਪੇ ਕਥੈ, ਆਪੇ ਸੁਣ ਵਿਚਾਰ। ਇਹ ਸ੍ਰਿਸ਼ਟੀ ਦੇ ਵਿੱਚ ਉਹ ਪਰਮੇਸ਼ਰ ਹੀ ਸਭ ਕੁਝ ਕਰ ਰਿਹਾ ਹੈ। ਗੁਣਾਂ ਨੂੰ ਧਾਰਨ ਕਰਨ ਵਾਲਾ ਵੀ ਉਹ ਹੈ, ਕਿਉਂਕਿ ਗੁਣ ਆਤਮਕ ਜੀਵਨ ਵਿੱਚ ਧਾਰਨ ਕੀਤੇ ਜਾਂਦੇ ਆ ਤੇ ਆਤਮਾ ਪਰਮੇਸ਼ਰ ਦੀ ਅੰਸ਼ ਹੈ। ਇਸ ਕਰਕੇ
ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਉਹ ਪਰਮੇਸ਼ਰ ਆਪ ਹੀ ਗੁਣ ਹੈ। ਗੁਣਾਂ ਦਾ ਖਜ਼ਾਨਾ ਵੀ ਆਪਾਂ ਉਹਨੂੰ ਕਹਿੰਦੇ ਹਾਂ। ਉਹ ਆਪ ਹੀ ਗੁਣਾਂ ਦਾ ਖਜ਼ਾਨਾ ਹੈ, ਆਪੇ ਹੀ ਗੁਣਾਂ ਦੀ ਵਿਆਖਿਆ ਕਰਨ ਵਾਲਾ ਹੈ। ਆਪ ਕਥੈ, ਆਪੇ ਹੀ ਸੁਣਨ ਵਾਲਾ ਹੈ ਤੇ ਦੂਜੇ ਪਾਸੇ ਆਪੇ ਹੀ ਵਿਚਾਰਨ ਵਾਲਾ ਹੈ। ਇਹ ਸਾਰੇ ਕਾਰਜ ਕਰਨ ਵਾਲਾ ਉਹ ਆਪ ਹੈ। ਇਹ ਬ੍ਰਹਮ ਗਿਆਨੀਆਂ ਦੀ ਦਸ਼ਾ ਹੈ, ਬ੍ਰਹਮ ਗਿਆਨੀ ਦੀ ਨਿਗਾਹ ਹੈ। ਜਿਵੇਂ ਮਨੁੱਖ ਨੂੰ ਪਰਮੇਸ਼ਰ ਧੰਨ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹੋਏ ਲਿਖਦੇ ਹਨ, ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣਹਾਰਾ, ਆਪੇ ਦੇਖੈ ਆਪੇ ਬੂਝੈ, ਆਪੇ ਹੈ ਵਣਜਾਰਾ। ਇੱਕ ਇੱਥੇ ਉਦਾਹਰਨ ਬੜੀ ਸੋਹਣੀ ਪਾਈ ਆ ਸਤਿਗੁਰਾਂ ਨੇ ਬਾਣੀਆਂ ਦੀ, ਦੁਕਾਨਦਾਰ ਦੀ, ਕਿ ਜਿਸ ਤਰ੍ਹਾਂ ਦੁਕਾਨਦਾਰ ਦੇ ਕੋਲ ਕੰਡਾ ਹੁੰਦਾ ਹੈ, ਪਹਿਲਾਂ ਸੂਈ ਵਾਲੀ ਤੱਕੜੀ ਹੁੰਦੀ ਸੀ, ਅੱਜ ਕੰਪਿਊਟਰ ਕੰਡੇ ਆ ਗਏ। ਖੈਰ ਗੱਲ ਉਹੋ ਹੀ ਹੈ। ਇਸੇ ਕਰਕੇ ਉਹ ਸੂਈ ਕਰਕੇ ਹੀ ਉਸ ਨੂੰ ਕੰਡਾ ਕਿਹਾ ਜਾਂਦਾ ਹੈ। ਪੈਰ 'ਚ ਵੱਜਦਾ ਕੋਈ ਵੀ ਕੰਡਾ ਹੁੰਦਾ ਨਾ, ਤੇ ਤੱਕੜੀ ਦੇ ਉੱਤੇ ਸੂਈ ਲੱਗੀ ਹੁੰਦੀ ਸੀ ਤਿੱਖੀ, ਇਸ ਕਰਕੇ ਉਹਨੂੰ ਕੰਡਾ ਕਿਹਾ ਜਾਂਦਾ ਸੀ। ਖੈਰ ਜਿਹੜਾ ਬਾਣੀਆ ਹੈ ਉਹ ਆਪ ਹੀ ਕੰਡੇ ਨੂੰ ਵੇਖ ਰਿਹਾ ਹੈ, ਮਾਨੋ ਕੰਡਾ ਉਹਦੇ ਦਿਮਾਗ ਵਿੱਚ ਵੜ ਗਿਆ। ਫਿਰ ਆਪ ਹੀ ਕੰਡੇ ਵਿੱਚ ਇੱਕ ਪਾਸੇ ਵੱਟਾ ਪਾਉਂਦਾ, ਦੂਜੇ ਪਾਸੇ ਸੌਦਾ ਪਾਉਂਦਾ। ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣ ਵਾਲਾ, ਆਪੇ ਪਾਉਣ ਵਾਲਾ, ਆਪੇ ਕੱਢਣ ਵਾਲਾ। ਆਪੇ ਤੋਲਣਹਾਰਾ, ਆਪੇ ਦੇਖੈ, ਆਪ ਹੀ ਦੇਖਦਾ ਸੂਈ ਨੂੰ ਇੱਧਰ ਉੱਧਰ ਜਾਂਦੀ, ਐਨ ਵਿਚਾਲੇ ਲੈ ਕੇ ਆਉਣੀ ਆ। ਆਪੇ ਦੇਖੈ ਆਪੇ ਬੂਝੈ, ਆਪੇ ਹੈ ਵਣਜਾਰਾ। ਤੇ ਮਾਨੋ ਉਹ ਬਾਣੀਆ ਜਿਹੜਾ ਹੈ, ਦੁਕਾਨਦਾਰ ਜਿਹੜਾ ਹੈ, ਉਹ ਇਸ ਤਰ੍ਹਾਂ ਕਾਰਜ ਕਰਦਾ। ਇਸੇ ਤਰ੍ਹਾਂ ਪਰਮੇਸ਼ਰ ਹੈ, ਉਹ ਆਪ ਹੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ, ਪਾਲਣ ਵਾਲਾ ਹੈ, ਸੰਭਾਲਣ ਵਾਲਾ ਹੈ। ਜਦੋਂ ਇਹ ਜੀਵ ਗਲਤ ਚੱਲਦੇ ਆ, ਆਪ ਹੀ ਇਹਨਾਂ ਨੂੰ ਸੈੱਟ ਕਰਨ ਵਾਲਾ ਹੈ। ਆਪੇ ਦੇਖੈ ਆਪੇ ਬੂਝੈ, ਆਪੇ ਹੈ ਵਣਜਾਰਾ। ਅੰਧਲਾ ਨੀਚ, ਪਰ ਸਾਡਾ ਮਨ ਜਿਹੜਾ ਹੈ ਉਹ ਅਗਿਆਨਤਾ ਵਿੱਚ ਅੰਨਾ ਭਟਕ ਰਿਹਾ ਹੈ। ਅੰਧਲਾ ਨੀਚ ਜਾਤ ਪਰਦੇਸੀ, ਖਿਨ ਆਵੈ ਤਿਲ ਜਾਵੈ, ਤਾਕੀ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੈ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਪਰਮੇਸ਼ਰ ਤਾਂ ਇਹਨਾਂ ਦੇ ਨਾਲ ਰਹਿੰਦਾ ਤੇ ਇਹ ਬਾਹਰੋਂ ਲੱਭਦੇ ਫਿਰਦੇ ਐ। ਸਰਗੋ ਨਿਰਗੋ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਉਹ ਆਪ ਹੀ ਨਿਰਗੁਣ ਹੋ ਕੇ ਸਾਰਿਆਂ ਵਿੱਚ ਵਸਿਆ ਤੇ ਆਪ ਹੀ ਸਰਗੁਣ ਹੋ ਕੇ ਅਨੇਕਾਂ ਰੂਪ ਧਾਰਦਾ ਹੈ। ਜਿਸ ਤਰ੍ਹਾਂ ਪਾਤਸ਼ਾਹ ਜੀ ਦਸਵੇਂ ਸਤਿਗੁਰੂ ਲਿਖਦੇ ਹਨ, ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਜੇ ਆਤਮਾ ਕਰਕੇ ਕਹੀਏ ਤਾਂ ਉਹ ਇੱਕ ਹੈ, ਜੇ ਸਰੀਰ ਕਰਕੇ ਕਹੀਏ ਤੇ ਅਨੇਕਾਂ ਹੋ ਗਿਆ। ਆਪੇ ਗੁਣ ਆਪੇ ਕਥੈ, ਆਪੇ ਸੁਣ ਵਿਚਾਰ। ਉਹ ਆਪ ਹੀ ਆਪਣੇ ਗੁਣਾਂ ਨੂੰ ਜਾਣਦਾ ਹੈ, ਆਪ ਹੀ ਉਹਨਾਂ ਨੂੰ ਕਥਨ ਕਰ ਸਕਦਾ ਹੈ, ਦੱਸ ਸਕਦਾ ਹੈ। ਆਪੇ ਹੀ ਉਹ ਸੁਣਦਾ ਹੈ ਤੇ ਆਪੇ ਹੀ ਵਿਚਾਰਦਾ ਹੈ। ਆਪੇ ਰਤਨ ਪਰਖ ਤੂੰ, ਆਪੇ ਮੋਲ ਅਪਾਰ। ਆਪੇ ਹੀ ਨਾਮ ਰੂਪੀ ਰਤਨ ਦੀ ਪਰਖ ਕਰਨੀ ਹੈ ਤੇ ਆਪ ਹੀ ਉਸ ਦਾ ਮੁੱਲ ਜਾਣਨਾ ਹੈ ਕਿ ਉਹ ਬੜਾ ਬੇਅੰਤ ਹੈ। ਸਾਚੋ ਮਾਨ ਮਹੱਤ ਤੋਂ, ਹੇ ਪਰਿਪੂਰਨ ਪਰਮੇਸ਼ਰ ਪਰਮਾਤਮਾ, ਤੂੰ ਆਪ ਹੀ ਸੰਸਾਰ ਦੇ ਵਿੱਚ ਗੁਣਾਂ ਨੂੰ ਭਰਨ ਵਾਲਾ ਹੈ। ਤੂੰ ਆਪ ਹੀ ਨਾਮ ਰੂਪੀ ਰਤਨ ਹੈ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਤੇ ਆਪ ਹੀ ਇਸ ਨਾਮ ਨੂੰ ਪਰਖਣ ਵਾਲਾ ਹੈ, ਆਪ ਹੀ ਆਤਮਾ ਨੂੰ ਪਰਖਣ ਵਾਲਾ ਵਿਵੇਕੀ ਹੈ। ਹੇ ਵਾਹਿਗੁਰੂ, ਤੂੰ ਆਪ ਹੀ ਸ਼ਰਧਾ ਰੂਪੀ ਮੁੱਲ ਹੈ ਤੇ ਆਪ ਹੀ ਪ੍ਰਵਿਰਤੀ ਦੇ ਅਪਾਰ ਪਾਰਾਵਾਰ ਤੋਂ ਰਹਿਤ ਹੈ।
ਇਹ ਇੱਕ ਅਰਥ ਹੈ ਕਿ ਆਪਾਂ ਪਰਮੇਸ਼ਰ ਦੀ ਸਿਫਤ ਕਰ ਦਿੱਤੀ, ਪਰ ਸਤਿਗੁਰੂ ਦੂਸਰਾ ਅਰਥ ਇਹ ਵੀ ਦੱਸਦੇ ਹੈ ਕਿ ਸਤਿਗੁਰੂ ਮਨੁੱਖ ਨੂੰ ਕਹਿ ਰਹੇ ਹੈ ਕਿ ਤੇਰੇ ਵਿੱਚ ਹੀ ਸਾਰਾ ਕੁਝ ਹੈ। ਇਹ ਮਨੁੱਖ ਜਿਹੜਾ ਹੈ ਇਹ ਪਰਮੇਸ਼ਰ ਦੀ ਹੀ ਅੰਸ਼ ਹੈ, ਆਤਮਾ ਪਰਮੇਸ਼ਰ ਦੀ ਹੀ ਅੰਸ਼ ਹੈ। ਤੇ ਸਤਿਗੁਰੂ ਜੀ ਪਾਤਸ਼ਾਹ ਜੀ ਕਹਿੰਦੇ ਤੂੰ ਆਪਣੇ ਗੁਣਾਂ ਨੂੰ ਆਪ ਜਾਣਨਾ ਕਰ, ਉਸ ਪਰਿਪੂਰਨ ਪਰਮੇਸ਼ਰ ਨਾਲ ਜੁੜਨਾ ਕਰ, ਆਪਣੇ ਅੰਦਰ ਨਾਮ ਰੂਪੀ ਰਤਨ ਨੂੰ ਆਪ ਪਰਖ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ। ਉਹ ਅਮੁੱਲ ਨਾਮ ਦਾ ਰਤਨ ਜਿਹੜਾ ਤੇਰੇ ਅੰਦਰ ਰੱਖਿਆ ਹੈ ਉਹਨੂੰ ਪਰਖਣਾ ਕਰ ਤੇ ਉਹਦਾ ਮੁੱਲ ਜਾਣਨਾ ਕਰ। ਸਾਲਸਰਾ ਜੌਹਰੀ ਕੋਲੇ ਮਰਦਾਨਾ ਇੱਕ ਲਾਲ ਲੈ ਕੇ ਜਾਂਦਾ ਤੇ ਸਾਲਸਰਾ ਜੌਹਰੀ ਉਸ ਨੂੰ ਦੇਖ ਕੇ ਨਮਸਕਾਰ ਕਰਦਾ ਤੇ ਮਰਦਾਨੇ ਨੂੰ ਪੁੱਛਦਾ ਦੱਸ ਭਾਈ ਕਿੰਨੇ ਪੈਸੇ ਲੈਣੇ ਆ। ਤੇ ਮਰਦਾਨਾ ਕਹਿੰਦਾ ਮੈਨੂੰ ਨਹੀਂ ਇਹਦੇ ਮੁੱਲ ਦਾ ਪਤਾ, ਤੂੰ ਦੱਸ। ਉਹ ਕਹਿੰਦਾ ਮੈਨੂੰ ਵੀ ਨਹੀਂ ਪਤਾ। ਉਹਨੇ ਸਹੀ ਮੁੱਲ ਪਾਇਆ, ਮਤਲਬ ਉਹਨੇ ਮੁੱਲ ਪਾਇਆ ਹੀ ਨਹੀਂਗਾ। ਉਹ ਕਹਿੰਦਾ ਇਸ ਦਾ ਮੁੱਲ ਮੈਨੂੰ ਪਤਾ ਨਹੀਂ, ਬੜਾ ਕੀਮਤੀ ਲੱਗਦਾ ਹੈ। ਮੁੜ ਕੇ ਮਰਦਾਨਾ ਬਾਬੇ ਨਾਨਕ ਕੋਲ ਆ ਗਿਆ, ਜਿੱਥੇ ਲੋਕਾਂ ਨੇ 3 ਪੈਸੇ ਪਸੇਰੀ ਮਠਿਆਈ 2 ਸੇਰ ਆਟਾ ਮੁੱਲ ਪਾਇਆ ਸੀ, ਉੱਥੇ ਜੌਹਰੀ ਨੇ ਮੁੱਲ ਪਾਇਆ ਕਿ ਇਹਦਾ ਮੁੱਲ ਮੈਨੂੰ ਪਤਾ ਹੀ ਨਹੀਂ। ਮਰਦਾਨਾ ਕਹਿੰਦਾ ਮੈਂ ਆਪਣੇ ਮਾਲਕ ਨੂੰ ਪੁੱਛ ਕੇ ਆਉਣਾ। ਜਦ ਬਾਬੇ ਨਾਨਕ ਨੂੰ ਪੁੱਛਿਆ ਜੀ ਤੁਸੀਂ ਦੱਸੋ ਇਹਦਾ ਕੀ ਮੁੱਲ ਹੈ, ਕਿੰਨੇ ਕੁ ਪੈਸੇ ਲੈ ਕੇ ਆਵਾਂ? ਬਾਬਾ ਜੀ ਕਹਿੰਦੇ ਮੈਨੂੰ ਨਹੀਂ ਪਤਾ ਗਾ, ਕਿਉਂਕਿ ਪਰਮੇਸ਼ਰ ਦਾ ਮੁੱਲ ਕੋਈ ਪਾ ਹੀ ਨਹੀਂ ਸਕਦਾ, ਉਹਦੇ ਨਾਮ ਦਾ ਮੁੱਲ ਵੀ ਨਹੀਂ ਪਾ ਸਕਦਾ। ਕਹਿੰਦੇ ਉਸੇ ਨੂੰ ਪੁੱਛੋ, ਉਹਨੂੰ ਪੁੱਛਿਆ, ਉਹ ਕਹਿੰਦਾ ਮੈਨੂੰ ਨਹੀਂ ਪਤਾ। ਤਾਂ ਅਖੀਰ ਬਾਬਾ ਨਾਨਕ ਕਹਿੰਦਾ ਇਹ ਕੋਈ ਲਾਲ, ਕੋਈ ਹੀਰਾ, ਕੋਈ ਪੱਥਰ ਨਹੀਂ ਹੈਗਾ, ਇਹ ਪਰਮੇਸ਼ਰ ਦਾ ਨਾਮ ਹੈ, ਇਹਦਾ ਕੋਈ ਮੁੱਲ ਨਹੀਂ ਹੈਗਾ। ਇਹ ਤਾਂ ਜੀਵ ਨੇ ਆਪਣੇ ਨਾਲ ਦਰਗਾਹ ਨੂੰ ਲੈ ਕੇ ਜਾਣਾ, ਵੇਚਣਾ। ਉਹ ਕਹਿੰਦਾ ਫਿਰ ਮੈਂ ਨਹੀਂ ਵੇਚਦਾ। ਕਿ ਨਹੀਂ ਵੇਚਦਾ? ਉਹਦੀ ਦਰਸ਼ਨੀ ਭੇਟਾ ਮੋੜ ਕੇ ਆ। ਫਿਰ ਤੇ ਭਾਈ ਮਰਦਾਨਾ ਜੀ ਉਸ ਦੀ ਦਰਸ਼ਨੀ ਭੇਟਾ ਮੋੜਨ ਗਏ ਤੇ ਉਹ ਜੌਹਰੀ ਲਵੇ ਨਾ। ਕਹਿੰਦਾ ਮੈਂ ਦਰਸ਼ਨ ਕਰ ਲਏ, ਇਹ ਦਰਸ਼ਨੀ ਭੇਟਾ ਮੈਂ ਦੇਣੀ ਆ। ਮਰਦਾਨਾ ਕਹੇ ਮੇਰਾ ਮਾਲਕ ਲੈਣ ਨਹੀਂ ਦਿੰਦਾਗਾ, ਹੁਣ ਮੈਂ ਨਹੀਂ ਲੈਣੀ ਇਹ। ਆਖਰ ਸਿੱਟ ਕੇ ਭੱਜ ਕੇ ਆਇਆ ਉਹਦੇ ਘਰੇ, ਲੈਂਦਾ ਨਹੀਂ ਸੀਗਾ। ਫੇਰ ਮਗਰ ਜੌਹਰੀ ਆਇਆ ਜਦ, ਤੇ ਸਾਲਸਰਾ ਜੌਹਰੀ ਪੁੱਛਦਾ ਮਹਾਰਾਜ ਇਹ ਕੈਸਾ ਲਾਲ ਹੈ? ਬਾਬਾ ਜੀ ਕਹਿੰਦੇ ਤੂੰ ਜੌਹਰੀ ਆ, ਤੂੰ ਦੱਸ। ਕਹਿੰਦਾ ਜੀ ਮੈਂ ਤਾਂ ਇਹ ਪਹਿਲੀ ਵਾਰ ਦੇਖਿਆ ਇਹੋ ਜਿਹਾ ਲਾਲ, ਜਿਸ ਦੇ ਉੱਪਰ ਲਿਖਿਆ ਹੋਵੇ ਕਿ ਇਹਦੀ ਦਰਸ਼ਨੀ ਭੇਟਾ 125 ਰੁਪਈਆ। ਧੰਨ ਗੁਰੂ ਨਾਨਕ ਦੇਵ ਜੀ ਫਿਰ ਸਾਲਸਰਾ ਜੌਹਰੀ ਨੂੰ ਗਿਆਨ ਦਿੰਦੇ ਨੇ, ਸੁਣ ਸਾਲਸ ਤੂੰ ਜੌਹਰੀ ਆਪਣਾ ਲਾਲ ਪਛਾਣ, ਆਪਣੀ ਆਤਮਾ ਰੂਪੀ ਲਾਲ ਨੂੰ ਪਛਾਣ। ਇੱਕ ਪਰਮੇਸ਼ਰ ਲਾਲ ਹੈ, ਇੱਕ ਉਹਦਾ ਨਾਮ ਲਾਲ ਹੈ, ਸਾਡੀ ਆਤਮਾ ਵੀ ਲਾਲ ਹੈ। ਜੋ ਸ੍ਰਿਸ਼ਟੀ ਵਿੱਚ ਵਸੀ ਪਰਮੇਸ਼ਰ ਦੀ ਅੰਸ਼ ਆਤਮਾ ਹੈ, ਇਹ ਵੀ ਉਹਦਾ ਹੀ ਰੂਪ ਹੈ। ਸੋਨੇ ਦੇ ਕਿੰਨੇ ਟੋਟੇ ਕਰ ਲਓ, ਛੋਟੇ ਤੋਂ ਛੋਟਾ ਰੱਤੀ, ਰੱਤੀ ਤੋਂ ਛੋਟਾ ਕਰ ਲਓ ਅੱਧੀ ਰੱਤੀ, ਤੋਲਾ ਕਰ ਲਓ, ਕਿਲੋ ਕਰ ਲਓ, ਮਣ ਕਰ ਲਓ, ਤੇ ਨਾਮ ਉਹਦਾ ਸੋਨਾ ਹੀ ਰਹੇਗਾ। ਕਹੋ ਸਤਨਾਮ ਸ੍ਰੀ। ਇਸੇ ਤਰ੍ਹਾਂ ਪਰਮੇਸ਼ਰ ਰੂਪੀ ਲਾਲ ਨੂੰ ਜਾਣਨਾ ਕਰ। ਉਹ ਆਪ ਹੀ ਤੇਰੇ ਵਿੱਚ ਆਤਮਾ ਬਣ ਕੇ ਬੈਠਾ ਹੈ, ਆਪ ਹੀ ਉੱਥੇ ਪਰਮਾਤਮਾ ਬਣ ਕੇ ਬੈਠਾ ਹੈ, ਆਪ ਹੀ ਉੱਥੇ ਪਾਰ ਬ੍ਰਹਮ ਬਣ ਕੇ ਬੈਠਾ ਹੈ, ਆਪ ਹੀ ਥੱਲੇ ਗੁਰੂ ਬ੍ਰਹਮ ਬਣ ਕੇ ਆ ਗਿਆ, ਗੁਰੂ ਨਾਨਕ ਬਣ ਕੇ ਆਪ ਹੀ ਆ ਗਿਆ। ਇਸ ਕਰਕੇ ਅੱਜ ਦੇ ਸ਼ਬਦ ਵਿੱਚ ਬਾਬਾ ਨਾਨਕ ਜੀ ਉਸ ਪਰਮੇਸ਼ਰ ਦੀ ਵਿਸਥਾਰ ਨੂੰ ਦੱਸਦੇ ਹਨ ਕਿ ਗੁਣਾਂ ਦੇ ਵਿੱਚੋਂ ਗੁਣ ਵੀ ਉਹ ਹੈ ਔਰ ਗੁਣਾਂ ਨੂੰ ਕਥਨ ਵਾਲਾ ਵੀ ਉਹ ਹੈ। ਅਸੀਂ ਪੂਰੀ ਕਥਾ ਨਹੀਂ ਕਰ ਸਕਦੇ, ਸਾਡੇ 'ਚ ਕੋਈ ਤਾਕਤ ਨਹੀਂ ਕਿ ਅਸੀਂ ਉਸ ਨੂੰ ਪੂਰਾ ਬਿਆਨ ਕਰ ਸਕੀਏ। ਪਾਤਸ਼ਾਹ ਕਹਿੰਦੇ ਤੇਰੇ ਗੁਣਾਂ ਨੂੰ ਤੂੰ ਹੀ ਜਾਣਨ ਵਾਲਾ ਹੈ। ਆਪੇ ਸੁਣੀ ਆਪੇ ਕਥੈ, ਆਪ ਹੀ ਕਥਦਾ ਤੇ ਆਪ ਹੀ ਸੁਣਦਾ ਹੈ। ਜੇ ਕਿਸੇ ਮਨੁੱਖ ਦੀ ਵਡਿਆਈ ਕਰੀਏ ਆਪਾਂ,
ਵਾਹ ਬਈ ਵਾਹ, ਤੂੰ ਤਾਂ ਬੜਾ ਤਕੜਾ ਹੈ, ਤੇਰੇ ਚੈਨੀਆਂ ਤਾਕਤ, ਬੱਲੇ ਬੱਲੇ। ਉਹ ਖੁਸ਼ ਹੁੰਦਾ ਨਾ ਸੁਣ ਸੁਣ ਕੇ। ਏਦਾਂ ਹੀ ਪਰਮੇਸ਼ਰ ਦੇ ਜਦ ਗੁਣ ਗਾਉਂਦੇ ਆ ਤੇ ਪਰਮੇਸ਼ਰ ਖੁਸ਼ ਹੁੰਦਾ ਹੈ। ਕੋ ਸਤਨਾਮ ਸ੍ਰੀ। ਮਨੁੱਖ ਤਾਂ ਹੰਕਾਰ ਵੱਲ ਚਲਿਆ ਜਾਂਦਾ ਹੈ, ਪਰ ਪਰਮੇਸ਼ਰ ਸੁਣ ਕਰਕੇ ਖੁਸ਼ ਹੁੰਦਾ ਹੈ ਤੇ ਦਇਆ ਦੇ ਘਰ ਚ ਆ ਕੇ ਗੁਣ ਗਾਉਣ ਵਾਲੇ ਨੂੰ ਦਾਤਾਂ ਦੇਣ ਲੱਗ ਜਾਂਦਾ ਹੈ। ਕੋ ਸਤਨਾਮ ਸ੍ਰੀ। ਜਿਵੇਂ ਜਿਵੇਂ ਅਸੀਂ ਉਹਦੇ ਗੁਣ ਗਾਉਂਦੇ ਆ, ਜਿਵੇਂ ਪਿੱਛੇ ਇੱਕ ਸ਼ਬਦ ਪੜ੍ਹਿਆ ਸੀਗਾ, ਤਿੰਨ ਕੋ ਬਰਕਤ ਅਗਲੀ ਪੜ੍ਹਦੇ ਰਹਿਣ ਦਰੂਦ। ਜਿਹੜੇ ਪਰਮੇਸ਼ਰ ਦੀ ਸਿਫਤ ਕਰਦੇ ਰਹਿੰਦੇ ਆ, ਉਹਨਾਂ ਦੇ ਘਰੇ ਪਰਮੇਸ਼ਰ ਬਰਕਤਾਂ ਪਾਉਣੀਆਂ ਸ਼ੁਰੂ ਕਰ ਦਿੰਦਾ, ਦਾਤਾਂ ਦੇਣੀਆਂ ਸ਼ੁਰੂ ਕਰ ਦਿੰਦਾ। ਆਪੇ ਸੁਣ ਵਿਚਾਰ, ਆਪਣੇ ਗੁਣਾਂ ਨੂੰ ਆਪ ਹੀ ਉਹ ਸੁਣਦਾ ਹੈ। ਯਾਦ ਕਰੋ ਭਾਈ ਗੋਪਾਲਾ ਜੀ ਦੀ ਸਾਖੀ, ਜਦ ਉਸਨੇ ਜਪਜੀ ਸਾਹਿਬ ਜੀ ਦਾ ਪਾਠ ਸੁਣਾਇਆ ਤੇ ਹਰਗੋਬਿੰਦ ਸਾਹਿਬ ਜੀ ਖੁਸ਼ ਹੋਏ, ਤੇ ਖੁਸ਼ ਹੋ ਕੇ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਭਾਈ ਗੋਪਾਲਾ ਜੀ ਨੂੰ ਕੁਝ ਦੇਣਾ ਚਾਹਿਆ। ਇਹਦੇ ਬਦਲੇ ਵਿੱਚ ਕੀ ਦਈਏ? ਅਖੀਰ ਖਿਆਲ ਆਇਆ ਵੀ ਸਭ ਕੁਝ ਹੀ ਦੇ ਦਈਏ, ਬਾਣੀ ਦਾ ਮੁੱਲ ਕੋਈ ਨਹੀਂ ਹੈਗਾ। ਕਹੋ ਸਤਨਾਮ ਸ੍ਰੀ। ਗੁਰਤਾ ਗੱਦੀ ਸੌਂਪ ਦਈਏ ਇਸ ਨੂੰ। ਗੁਰਤਾ ਗੱਦੀ ਦੇਣ ਦੀ ਸਲਾਹ ਕਰ ਲਈ, ਤੇ ਜਦੋਂ ਗੁਰਤਾ ਗੱਦੀ ਤੋਂ ਤਖਤ ਤੋਂ ਉੱਠਣ ਲੱਗੇ ਵੀ ਚੱਲ ਜਦੋਂ ਹੀ ਸ਼ਲੋਕ ਪੜ੍ਹ ਲਿਆ ਇਹਨੂੰ ਕਹਿ ਦਿਆਂਗੇ ਚੱਲ ਬਈ ਤੂੰ ਗੱਦੀ ਸਾਂਭ ਹੁਣ। ਪਰ ਗੋਪਾਲਾ ਜੀ ਦਾ ਧਿਆਨ ਹੱਲ ਗਿਆ, ਨਾਲ ਹੀ ਜਦੋਂ ਪਾਤਸ਼ਾਹ ਹੱਲੇ ਧਿਆਨ ਉਹਦਾ ਵੀ ਹੱਲ ਗਿਆ। ਕਹਿੰਦੇ ਯਾਰ ਪਾਤਸ਼ਾਹ ਕਦੇ ਚੱਲੇ ਨਾ, ਜੇ ਸਾਰਾ ਪਾਠ ਸੁਣ ਕੇ ਮੈਨੂੰ ਪੁੱਛਦੇ ਬੋਲ ਗੋਪਾਲਿਆ ਤੈਨੂੰ ਕੀ ਦੇਵਾਂ, ਮੈਂ ਇਹਨਾਂ ਤੋਂ ਸੋਨੇ ਦੀ ਕਾਠੀ ਵਾਲਾ ਘੋੜਾ ਮੰਗਦਾ। ਬਾਬਾ ਜੀ ਮੁੜ ਕੇ ਫਿਰ ਉੱਥੇ ਬੈਠ ਗਏ, ਚਲੇ ਛੱਡ, ਇਹਦਾ ਘੋੜੇ ਤੇ ਵਿਰ ਗਿਆ, ਇਹਨੂੰ ਮੁੱਲ ਪਤਾ ਨਹੀਂ ਇਸ ਚੀਜ਼ ਦਾ, ਇਹਨੂੰ ਘੋੜਾ ਹੀ ਦੇ ਦਿੰਦੇ ਆ ਹੁਣ। ਇਸ ਕਰਕੇ ਉਹ ਤਾਂ ਸਾਰੇ ਹਾਥੀਆਂ ਘੋੜਿਆਂ ਦੇ ਮਾਲਕ ਬਣਾਉਣ ਲੱਗਿਆ ਸੀ ਗੋਪਾਲਾ ਜੀ ਨੂੰ, ਪਰ ਗੋਪਾਲਾ ਜੀ ਇੱਕੋ ਘੋੜੇ ਤੇ ਖੜ ਗਏ ਤੇ ਹਰਗੋਬਿੰਦ ਸਾਹਿਬ ਜੀ ਵਾਪਸ ਆਸਣ ਤੇ ਬੈਠ ਗਏ। ਇਸ ਕਰਕੇ ਉਹ ਪਰਮੇਸ਼ਰ ਆਪਣੇ ਗੁਣਾਂ ਨੂੰ ਆਪ ਜਾਣਦਾ ਹੈ, ਉਹ ਗੁਣਾਂ ਦਾ ਖਜ਼ਾਨਾ ਹੈ, ਉਹ ਆਪ ਹੀ ਕਥਨ ਕਰਦਾ ਹੈ, ਉਹ ਆਪ ਹੀ ਸੁਣਦਾ ਹੈ ਤੇ ਆਪ ਹੀ ਵਿਚਾਰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਉਹਦੀ ਸਿਫਤ ਕਰਦੇ ਹੋਏ ਕਹਿੰਦੇ, ਆਪੇ ਰਤਨ ਪਰਖ ਤੋਂ, ਰਤਨ ਵੀ ਤੂੰ ਹੈ, ਤੇਰੀ ਪਰਖ ਤੈਨੂੰ ਹੀ ਆਉਂਦੀ ਹੈ, ਦੂਜਾ ਕੌਣ ਪਰਖ ਸਕਦਾ ਹੈ? ਸਮੁੰਦਰ ਦਾ ਅੰਤ ਪਾਇਆ ਜਾ ਸਕਦਾ ਹੈ, ਗੁਰੂ ਦਾ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਜਾ ਸਕਦਾ। ਆਪੇ ਰਤਨ ਪਰਖ ਤੂੰ, ਆਪੇ ਮੋਲ ਅਪਾਰ, ਤੂੰ ਆਪ ਹੀ ਮੁੱਲ ਨੂੰ ਜਾਣਦਾ ਕਿ ਤੇਰਾ ਕੀ ਮੁੱਲ ਹੈ, ਤੂੰ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ। ਤੇ ਉਹਦਾ ਮੁੱਲ ਕੀ ਹੈ? ਸ਼ਰਧਾ, ਭਾਵਨਾ, ਪ੍ਰੇਮਾ ਭਗਤੀ ਨਾਲ ਹੀ ਉਹ ਮਿਲਦਾ ਹੈ, ਪੈਸਿਆਂ ਨਾਲ ਨਹੀਂ ਮਿਲਦਾ। ਪੰਜਵੇਂ ਪਾਤਸ਼ਾਹ ਜੀ ਸੰਮਣ ਦੇ ਪ੍ਰੇਮ ਨੂੰ ਦੇਖ ਕੇ, ਸੰਮਣ ਮੂਸਣ ਜੋ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਸਿੱਖ ਹੋਏ ਨੇ, ਉਹਨਾਂ ਦੇ ਪ੍ਰੇਮ ਨੂੰ ਦੇਖ ਕੇ ਪਾਤਸ਼ਾਹ ਪ੍ਰੇਮ ਦੇ ਵਿੱਚ ਆ ਕੇ ਕੀ ਕਹਿੰਦੇ? ਸੰਮਣ ਜੋ ਇਸ ਪ੍ਰੇਮ ਕੀ ਦਮ ਕੇ ਉਹ ਹੋਤੀ ਸਾਟ। ਜੇ ਇਸ ਪ੍ਰੇਮ ਦਾ ਮੁੱਲ ਕੋਈ ਪੈਸਾ ਹੁੰਦਾ ਨਾ ਤੇ ਰਾਵਣ ਹੀ ਖਰੀਦ ਕੇ ਲੈ ਜਾਂਦਾ। ਕੋ ਸਤਨਾਮ ਸ੍ਰੀ। ਰਾਵਣ ਨੂੰ ਵੀ ਪਰਮੇਸ਼ਰ ਦਾ ਪ੍ਰੇਮ ਲੈਣ ਵਾਸਤੇ ਆਪਣੇ ਸਿਰ ਕਟਾਉਣੇ ਪਏ ਸੀ 10 ਵਾਰੀ। ਉਹਨੇ ਪਰਮੇਸ਼ਰ ਨੂੰ ਪ੍ਰਾਪਤ ਕਰਨ ਵਾਸਤੇ ਸ਼ਿਵ ਜੀ ਦੀ ਆਰਾਧਨਾ ਕੀਤੀ ਤੇ ਸ਼ਿਵ ਨੂੰ ਖੁਸ਼ ਕਰਨ ਵਾਸਤੇ ਉਸਨੇ 10 ਵਾਰੀ ਆਪਣਾ ਜੀਵਨ ਉਹ ਤੋਂ ਬਲਿਹਾਰ ਕੀਤਾ ਤੇ 10 ਵਾਰੀ ਉਹਦੀ ਰੱਖਿਆ ਕੀਤੀ। 10 ਵਾਰੀ ਰਾਮਚੰਦਰ ਦੇ ਬਾਣ, ਰਾਮਚੰਦਰ ਦੇ ਵਾਰ ਦਸ਼ਰਥ ਨੂੰ ਮਾਰਨ ਲਈ ਕੀਤੇ ਗਏ, ਪਰ 10 ਵਾਰੀ ਉਹਦੀ ਜਾਨ ਬਚਾਈ। ਉਹਦੀ ਕਹਾਣੀ ਕੁਝ ਹੋਰ ਹੈ ਤੇ ਲੋਕਾਂ ਨੇ ਲਾ ਕੇ 10 ਸਿਰ ਧੌਣ ਦੇ ਉੱਤੇ ਹੋਰ ਹੀ ਕੁਝ ਬਣਾਤਾ ਉਹਨੂੰ। ਕੋ ਸਤਨਾਮ। ਇਹ ਤਾਂ ਉਹਦੀ ਪ੍ਰੇਮਾ ਭਗਤੀ ਸੀ। ਅਸਲ ਵਿੱਚ ਪਰਮੇਸ਼ਰ ਕਿਸੇ ਦਾ ਦਿੱਤਾ ਹੋਇਆ ਇੱਕ ਤਿਲ ਮਾਤਰ ਵੀ ਰੱਖਦਾ ਨਹੀਂ।
ਕਿਸੇ ਦੀ ਕੀਤੀ ਹੋਈ ਸੇਵਾ ਤਿਲ ਮਾਤਰ ਵੀ ਰੱਖਦਾ ਨਹੀਂ। ਖੈਰ, ਉਸ ਪਰਮੇਸ਼ਰ ਦੀ ਸਿਫਤ ਕਰਦੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਮਹਾਰਾਜ ਹੇ ਵਾਹਿਗੁਰੂ, ਸਾਚੋ ਮਨ ਮਹਤ ਤੋ ਆਪੇ ਦੇਵਨਹਾਰ। ਇਹ ਆਪਣੇ ਪਿਆਰਿਆਂ ਨੂੰ ਮਾਣ ਦੇਣ ਵਾਲਾ, ਨਿਮਾਣਿਆਂ ਦਾ ਮਾਣ ਤੂੰ ਹੈ, ਵੱਡਾ ਵਡਿਆਈਆਂ ਦੇਣ ਵਾਲਾ, ਵੱਡੇ ਮਰਾਤਬੇ ਦੇਣ ਵਾਲਾ ਵੀ ਤੂੰ ਹੈ। ਇਹ ਸਭ ਕੁਝ ਤੇਰੇ ਕੋਲ ਹੀ ਹੈ। ਤੂੰ ਬਹੁਤ ਵੱਡਾ ਹੈ ਤੇ ਆਪ ਹੀ ਸਾਰਿਆਂ ਨੂੰ ਸਤਿਕਾਰ ਦੇਣ ਵਾਲਾ ਹੈ। ਸਤਿਗੁਰੂ ਰੂਪ ਹੋ ਕੇ ਆਪੇ ਮਾਣ ਮਹਤ ਤੂੰ, ਆਪੇ ਦੇਵਨਹਾਰ। ਹਰ ਜੀਓ ਤੂੰ ਕਰਤਾ ਕਰਤਾਰ, ਤੂੰ ਹੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਅਕਾਲ ਪੁਰਖ ਨੇ ਬਾਬੇ ਨਾਨਕ ਨੂੰ ਦੱਸਿਆ ਵੀ ਨਾਨਕ ਹੁਣ ਤੂੰ ਮੋਦੀ ਖਾਨੇ ਬੰਦ ਕਰ, ਮੇਰੇ ਬਾਰੇ ਦੱਸ। ਕੀ ਦੱਸਾਂ? ਕਰਤਾ ਪੁਰਖ ਮੈਂ ਹਾਂ, ਦੁਨੀਆ ਨੂੰ ਬਣਾਉਣ ਵਾਲਾ। ਦੁਨੀਆ ਨੂੰ ਦੱਸ ਕੇ ਇਹ ਸ੍ਰਿਸ਼ਟੀ ਨੂੰ ਬਣਾਉਣ ਵਾਲੀ ਹਸਤੀ ਕੋਈ ਹੋਰ ਹੈ? ਇੱਥੇ ਦੁਨੀਆ ਬ੍ਰਹਮਾ ਵਿਸ਼ਨੂੰ ਮਹੇਸ਼ ਵਰਗਿਆਂ ਨੂੰ ਮੰਨੀ ਜਾਂਦੀ ਆ। 33 ਕਰੋੜ ਦੇਵੀ ਦੇਵਤਿਆਂ ਦੇ ਪੱਥਰ ਦੀਆਂ ਮੂਰਤੀਆਂ ਬਣਾ ਕੇ ਰੱਖ ਲਈਆਂ, ਉਹਨਾਂ ਨੂੰ ਰੱਬ ਮੰਨੀ ਜਾਂਦੇ ਆ। ਜਾ ਕੇ ਦੱਸ ਵੀ ਹਸਤੀ ਇਹਨਾਂ ਉੱਤੇ ਇੱਕ ਹੋਰ ਹੈ, ਉਹਦੇ ਨਾਲ ਜੁੜਨਾ ਕਰੋ ਜਪ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਉਹਦੇ ਨਾਲ ਜੁੜਨਾ ਕਰੋ। ਆਪੇ ਮਾਣ ਮਹਤ ਤੂੰ ਆਪ ਹੀ ਸੰਸਾਰ ਦੇ ਵਿੱਚ ਨਿਮਾਣਿਆਂ ਦਾ ਮਾਣ ਹੈ। ਜਿਸ ਤਰ੍ਹਾਂ ਤੀਜੇ ਪਾਤਸ਼ਾਹ ਨੂੰ ਵਡਿਆਈ ਦਿੱਤੀ ਦੂਜੇ ਪਾਤਸ਼ਾਹ ਨੇ, ਜਦ ਤੀਜੇ ਪਾਤਸ਼ਾਹ ਜੀ ਨੂੰ ਜੁਲਾਹੀ ਨੇ ਕਿਹਾ, ਉਹ ਅਮਰੂ ਨੇ ਥਾਵਾਂ ਕੁੜਮਾਂ ਨੇ ਪਾਣੀ ਢੋਂਦਾ ਫਿਰਦਾ, ਹੋਰ ਕੌਣ ਡਿੱਗਿਆ? ਉਹੀ ਡਿੱਗਿਆ। ਤੇ ਗੁਰੂ ਅਮਰਦਾਸ ਜੀ ਸੰਭਲ ਕੇ ਗਾਗਰ ਦੁਬਾਰਾ ਮੋਢੇ ਤੇ ਚੱਕੀ। ਉਹ ਕਹਿੰਦੇ, ਚੱਲੀਏ, ਸਾਨੂੰ ਤਾਂ ਥਾਂ ਮਿਲ ਗਿਆ, ਹੁਣ ਤੂੰ ਆਪ ਦਾ ਇੰਤਜ਼ਾਮ ਕਰ ਲੈ। ਤਾਂ ਹੁਣ ਗੁਰੂ ਪਿਆਰਿਓ, ਇੰਨਾ ਕਹਿ ਕੇ ਚਲੇ ਗਏ, ਪਰ ਉਹ ਜਲਾਹੀ ਕਮਲੀ ਹੋ ਗਈ। ਕੱਪੜੇ ਫਾੜ, ਵਾਲ ਖੰਡਿਆ, ਰੌਲਾ ਪਾਉਣ ਲੱਗੀ। ਜਲਾਹਾ ਫੜ ਕੇ ਬਾਹੋਂ ਦੂਜੇ ਪਾਤਸ਼ਾਹ ਕੋਲ ਲਿਆਇਆ। ਆ ਕੇ ਕਹਿੰਦਾ, ਜੀ ਤੁਹਾਡੇ ਸੇਵਕ ਨੇ ਮੇਰੀ ਘਰ ਵਾਲੀ ਕਮਲੀ ਕਰਤੀ। ਕਹਿੰਦੇ ਕਿਵੇਂ? ਕਹਿੰਦੇ ਜੀ ਇਹਨਾਂ ਨੇ ਕੁਛ ਕਹਿਤਾ, ਇਹ ਕਮਲੀ ਹੋ ਗਈ। ਕਿਉਂ ਅਮਰਦਾਸ ਜੀ ਪੁਰਖਾ ਕੀ ਹੋ ਗਿਆ? ਮਹਾਰਾਜ ਕੁਛ ਨਹੀਂ ਹੋਇਆ। ਕੀ ਹੋਇਆ? ਮਹਾਰਾਜ ਇਹਨਾਂ ਦੇ ਬਾਹਰ 'ਚ ਕਿੱਲਾ ਜਾ ਗੱਡਿਆ ਕਤਾਣੀ ਵਾਲਾ, ਤੇ ਮੇਰਾ ਪੈਰ ਅੜਕਿਆ, ਡਿੱਗ ਪਿਆ ਮੈਂ ਤਿਲਕ ਕੇ। ਗਾਗਰ ਦਾ ਖੜਕਾ ਹੋਇਆ ਹੈ। ਜਲਾਹਾ ਕਹਿੰਦਾ, ਆਹ ਕਿਹਦਾ ਖੜਕਾ ਹੋਇਆ? ਕੌਣ ਡਿੱਗਿਆ? ਤੇ ਇਹ ਕਹਿੰਦੀ, ਇਹ ਅਮਰੂ ਨਥਾਵਾਂ ਹੈ, ਕੁੜਮਾਂ ਨੇ ਪਾਣੀ ਭਰਦਾ ਫਿਰਦਾ। ਤੇ ਮਹਾਰਾਜ ਮੈਂ ਤਾਂ ਚੰਗੀ ਗੱਲ ਹੀ ਕਹੀ ਸੀ, ਮੈਂ ਕਿਹਾ ਚੱਲੀਏ, ਤੂੰ ਆਪ ਦਾ ਇੰਤਜ਼ਾਮ ਕਰ ਲੈ, ਮੈਨੂੰ ਤਾਂ ਥਾਂ ਮਿਲ ਗਿਆ। ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ, ਪੁਰਖਾ ਹੁਣ ਤੂੰ ਸੋਚ ਕੇ ਬੋਲਿਆ ਕਰ ਮਾੜਾ ਜਾ, ਤੇਰੇ ਬਚਨ ਪੂਰੇ ਹੋਣ ਲੱਗ ਪਏ, ਤੇਰੇ 'ਚ ਸ਼ਕਤੀ ਆ ਗਈ ਆ ਪਰਮੇਸ਼ਰ ਦੀ, ਸੰਭਲ ਕੇ ਬੋਲਿਆ ਕਰ। ਤੇ ਜਲਾਹਿਆਂ ਨੂੰ ਕਹਿੰਦੇ, ਭਾਈ ਆਪ ਦਾ ਇੰਤਜ਼ਾਮ ਕਰੋ। ਹੁਣ ਉਹ ਘਰ ਸੋਨੂੰ ਛੱਡਣਾ ਪੈਣਾ, ਤੁਸੀਂ ਕਿਤੇ ਹੋਰ ਘਰ ਪਾ ਲਓ ਤਾਂ ਹੀ ਠੀਕ ਹੋਣੀ ਆ। ਕਿਉਂਕਿ ਸਾਧ ਬਚਨ ਅਟਲਾ ਦਾ, ਸਾਧ ਦਾ ਕੀਤਾ ਹੋਇਆ ਬਚਨ ਆਲਾ ਨਹੀਂ ਜਾਂਦਾ। ਕੋ ਸਤਨਾਮ ਸ੍ਰੀ, ਇਹ ਬਚਨ ਹੁਣ ਤੁਹਾਨੂੰ ਮੰਨਣਾ ਹੀ ਪੈਣਾ ਹੈ। ਉਹ ਜਗ੍ਹਾ ਹੁਣ ਛੱਡ ਦਿਓ, ਉਹ ਘਰ ਸਾਨੂੰ ਦੇ ਦਿਓ, ਤੁਹਾਨੂੰ ਨਵੇਂ ਥਾਂ ਦਿੰਦੇ ਆ, ਕਿਤੇ ਹੋਰ ਜਾ ਕੇ ਘਰ ਪਾ ਲਓ। ਉਹਨਾਂ ਜਲਾਹਿਆਂ ਦਾ ਘਰ ਬਦਲਿਆ, ਫਿਰ ਉਹਨਾਂ ਨੇ ਹੋਰ ਥਾਂ 'ਤੇ ਘਰ ਪਾਇਆ। ਫਿਰ ਉਹ ਜਲਾਹੀ ਠੀਕ ਹੋ ਗਈ। ਤੇ ਦੂਜੇ ਪਾਤਸ਼ਾਹ ਜੀ ਨੇ ਫਿਰ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਨੂੰ ਦਿੱਤੀ, ਤੇ ਨਾਲ ਹੀ ਬੇਅੰਤ ਵਰ ਦਿੱਤੇ। ਤੂੰ ਤਾਂ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਨਿਉਟਿਆਂ ਦੀ ਓਟ ਹੈ, ਨਿਆਸਰਿਆਂ ਦਾ ਆਸਰਾ ਹੈ, ਨਿਥਾਵਿਆਂ ਦਾ ਥਾਮ ਹੈ, ਨਿਘਰਿਆਂ ਦਾ ਘਰ ਹੈ, ਨਿਧਰਿਆਂ ਦੀ ਧਿਰ ਹੈ।
12 ਸਰੋਪੇ ਸਿਰ ਤੇ ਬੰਨੇ ਹੋਏ ਸੀ, ਨਾਲੇ ਹੌਲੀ ਹੌਲੀ ਲਾਹੀ ਜਾਂਦੇ ਆ ਤੇ ਨਾਲੇ ਬਖਸ਼ਾਂ ਕਰੀ ਜਾਂਦੇ ਆ। ਉਹ ਕੌਣ ਆ ਫਿਰ? ਅਮਰਦਾਸ ਪਰਮੇਸ਼ਰ। ਤੇ ਇੱਥੇ ਬਾਬਾ ਨਾਨਕ ਜੀ ਇਹ ਸਾਰੇ ਗੁਣ ਪਰਮੇਸ਼ਰ ਨੂੰ ਹੀ ਕਹਿ ਰਹੇ ਨੇ ਕਿ ਸਭ ਕੁਝ ਤੂੰ ਆਪ ਹੀ ਹੈ, ਆਪੇ ਗੁਣ ਆਪੇ ਕਥੈ। ਸਾਚੋ ਮਾਨ ਮਹਤ ਤੂੰ ਆਪੇ ਦੇਵਨਹਾਰ। ਤੂੰ ਹੀ ਸਭ ਦਾ ਮਾਣ ਹੈ, ਤੂੰ ਹੀ ਵੱਡਾ ਹੈ, ਤੇ ਆਪਣੇ ਪਿਆਰਿਆਂ ਨੂੰ ਵਡਿਆਈਆਂ ਦੇਣ ਵਾਲਾ ਵੀ ਤੂੰ ਹੈ, ਮਾਣ ਸਤਿਕਾਰ ਸਨਮਾਨ ਦੇਣ ਵਾਲਾ ਵੀ ਤੂੰ ਹੈ। ਹਰ ਜੀਓ ਤੂੰ ਕਰਤਾ ਕਰਤਾਰ। ਤੂੰ ਹੀ ਸਭ ਦਾ ਮਾਲਕ ਹੈ, ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ, ਕਰਤਾ ਪੁਰਖ ਹੈ, ਰਚਣ ਵਾਲਾ ਹੈ, ਉਤਪਤ ਕਰਨ ਵਾਲਾ ਹੈ। ਉਤਪਤ ਪਰਲੋ ਸ਼ਬਦੈ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਤੂੰ ਆਪ ਹੀ ਉਤਪਤੀ ਕਰਨ ਵਾਲਾ ਹੈ, ਜਿਉ ਭਾਵੈ ਤਿਉ ਰਾਖ ਤੂੰ। ਇਸ ਕਰਕੇ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਅੱਗੇ ਫਿਰ ਬਾਬਾ ਨਾਨਕ ਜੀ ਸਿਫਤ ਕਰਕੇ ਫਿਰ ਬੇਨਤੀ ਕਰਦੇ ਐ, ਜਿਵੇਂ ਤੈਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਉਵੇਂ ਹੀ ਤੂੰ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੈ, ਰੱਖਣਾ ਕਰਦਾ ਹੈ। ਸ੍ਰਿਸ਼ਟੀ ਨੂੰ ਆਪਣੇ ਹੁਕਮ ਅੰਦਰ ਚਲਾਉਣਾ ਹੈ ਤੂੰ। ਪਿਆਰਿਆਂ ਨੂੰ ਤਾਂ ਜਿਵੇਂ ਮਰਜ਼ੀ ਉਹ ਬਚਾ ਲੈਂਦਾ ਹੈ, ਪਰ ਸ੍ਰਿਸ਼ਟੀ ਨੂੰ ਚਲਾਉਂਦਾ ਵੀ ਤਾਂ ਆਪਣੇ ਹੁਕਮ ਅੰਦਰ ਹੈ ਨਾ। ਇਸ ਬਚਨ ਨੂੰ ਕਲੀਅਰ ਕਰਦਾ ਉਹ ਬਚਨ, ਹੁਕਮੀ ਹੁਕਮ ਚਲਾਏ ਰਾਹ, ਨਾਨਕ ਬਿਗਸੈ ਬੇਪਰਵਾਹੋ। ਉਹ ਪਰਮੇਸ਼ਰ ਸ੍ਰਿਸ਼ਟੀ ਨੂੰ ਆਪ ਚਲਾਉਂਦਾ ਤੇ ਪਿਆਰਿਆਂ ਨੂੰ ਔਖੇ ਸਮੇਂ ਆਪ ਬਚਾਉਣ ਵਾਲਾ ਵੀ ਹੈ। ਕੀ ਕਹਿੰਦੇ ਆ 10ਵੇਂ ਪਾਤਸ਼ਾਹ? ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦਾ ਲਿਓ ਉਭਾਰੀ। ਮੈਂ ਤਲਵਾਰਾਂ ਦੇ ਮੈਦਾਨ ਵਿੱਚ, ਤਲਵਾਰਾਂ ਦੇ ਖੇਤ ਵਿੱਚ ਚੱਲਿਆ। ਖੜਗ ਕੇਤ ਤਲਵਾਰਾਂ ਦਾ ਖੇਤ, ਜਿੱਥੇ ਤਲਵਾਰਾਂ ਹੀ ਚੱਲਦੀਆਂ, ਸ਼ਸਤਰ, ਜੰਗ ਦਾ ਮੈਦਾਨ। ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦਾ ਲਿਓ ਉਭਾਰੀ। ਸਰਬ ਠੌਰ ਮੋ ਹੋ ਸਹਾਈ, ਦੁਸ਼ਟ ਦੋਖ ਤੇ ਲਿਓ ਬਚਾਈ। ਤੋ ਇਸ ਤਰ੍ਹਾਂ 10ਵੇਂ ਪਾਤਸ਼ਾਹ ਜੀ ਉਸ ਅਕਾਲ ਪੁਰਖ ਦੀ ਸਿਫਤ ਕਰਦੇ ਆ। ਇੱਥੇ ਪਹਿਲੇ ਜਾਮੇ ਵਿੱਚ ਵੀ ਇਹੀ ਗੱਲ ਕਹਿੰਦੇ ਨੇ, ਜਿਉ ਭਾਵੈ ਤਿਉ ਰਾਖ ਤੂੰ। ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਤੂੰ ਰੱਖਣਾ ਕਰਦਾ। ਹਰ ਨਾਮ ਮਿਲੈ ਆਚਾਰ। ਆਚਾਰ ਹੁੰਦਾ ਸ਼੍ਰੇਸ਼ਟ ਚਾਲ ਚੱਲਣ, ਸ਼੍ਰੇਸ਼ਟ ਜੀਵਨ ਮਨੁੱਖ ਦਾ। ਇਹ ਵੀ ਪਰਮੇਸ਼ਰ ਦੇ ਨਾਮ ਜਪਿਆਂ ਬਣਦਾ ਹੈ। ਕਹੋ ਸਤਨਾਮ ਸ੍ਰੀ। ਇਹ ਵੀ ਜੇ ਅਸੀਂ ਪਰਮੇਸ਼ਰ ਦਾ ਨਾਮ ਜਪੀਏ